ठीक है। सो तीसरा केस अपने को दैट इज प्री रिप्रोडक्टिव, सब तो ऊपर है रिप्रोडक्टिव तो फिर उस तो बाद प्री रिप्रोडक्टिव है ना। तो हुण सॉरी पोस्ट रिप्रोडक्टिव, पीआर का मतलब है पोस्ट रिप्रोडक्टिव। तो हुण ਇਹਦੇ ਵਿੱਚ ਆਪਾਂ ਦੱਸਣਾ ਕੀ ਹੈ, ਦੇਖੋ ਧਿਆਨ ਦੇ ਨਾਲ ਆਪਾਂ ਨੂੰ ਇਹ ਸ਼ੋ ਕੀ ਕਰ ਰਿਹਾ ਹੈ। एक गिवन पॉपुलेशन है पहले केस दे विच, ਉਹਦੇ ਵਿੱਚ ਜਿਹੜੇ ਪ੍ਰੀ ਰਿਪਰੋਡਕਟਿਵ ਇੰਡੀਵਿਜੂਅਲਸ ਨੇ ਉਹਨਾਂ ਦਾ ਨੰਬਰ ਬਹੁਤ ਜ਼ਿਆਦਾ ਹੈ। ਫਿਰ ਆਪਾਂ ਗੱਲ ਕਰੀਏ ਰਿਪਰੋਡਕਟਿਵ ਦੀ, ਪ੍ਰੀ ਰਿਪਰੋਡਕਟਿਵ ਨਾਲੋਂ ਘੱਟ ਹੈ, ਪੋਸਟ ਰਿਪਰੋਡਕਟਿਵ ਉਸ ਤੋਂ ਵੀ ਘੱਟ ਹੈ। ਤਾਂ ਮਤਲਬ ਦੇਖੋ ਆਹ ਰਿਪਰੋਡਕਟਿਵ ਨੇ, ਰਿਪਰੋਡਕਸ਼ਨ ਕਰਨ ਦੀ ਕੈਪੇਬਿਲਿਟੀ ਰੱਖਣ ਵਾਲੇ ਆਰਗੈਨਿਜ਼ਮ ਨੇ, ਇਹਨਾਂ ਨਾਲੋਂ ਸੰਖਿਆ ਕਿਹਦੀ ਜ਼ਿਆਦਾ ਹੈ, ਪ੍ਰੀ ਰਿਪਰੋਡਕਟਿਵ। ਯਾਨੀ ਹਲੇ ਜੋ ਮੈਚੁਰ ਹੋ ਰਹੇ ਹੈ, ਜੋ ਰਿਪਰੋਡਕਸ਼ਨ ਦੀ ਏਜ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਉਹਨਾਂ ਦਾ ਸੰਖਿਆ ਜ਼ਿਆਦਾ ਹੈ। ਜਦੋਂ ਉਹ ਰਿਪਰੋਡਕਟਿਵ ਏਜ ਪਹੁੰਚਣਗੇ, ਰਿਪਰੋਡਿਊਸ ਕਰਨਗੇ, ਸੋ ਨੰਬਰ ਵੱਧ ਹੋਣ ਕਰਕੇ ਆਪਣੇ ਕੋਲ ਪਾਪੂਲੇਸ਼ਨ ਦਾ ਸਾਈਜ਼ ਕੀ ਹੋਏਗਾ, ਵਧੇਗਾ। ਤਾਂ ਆਹ ਦੇਖੋ ਆਹ ਆਪਾਂ ਨੂੰ ਕੀ ਕਰ ਰਿਹਾ, ਇਨਕਲਾਈਨਿੰਗ ਪਾਪੂਲੇਸ਼ਨ, ਯਾਨੀ ਪਾਪੂਲੇਸ਼ਨ ਕੀ ਕਰੇਗੀ ਇੱਥੇ ਆਪਣੇ ਕੋਲ ग्रो करेगी, है ना। तेनों आप लिख सकते हैं पापूलेशन इनक्लाइन करेगी। एक ਇਹੋ ਜਿਹੀ ਪਾਪੂਲੇਸ਼ਨ ਜਿਹਦੇ ਵਿੱਚ ਪ੍ਰੀ ਰਿਪਰੋਡਕਟਿਵ ਵਾਲੇ ਜ਼ਿਆਦਾ ਨੇ ਐਜ਼ ਕੰਪੇਅਰ ਟੂ ਰਿਪਰੋਡਕਟਿਵ, ਤਾਂ ਡੈਫੀਨਿਟਲੀ ਪਾਪੂਲੇਸ਼ਨ ਕੀ ਕਰਨ ਜਾ ਰਹੀ ਹੈ, ਗਰੋ ਕਰਨ ਜਾ ਰਹੀ ਹੈ। ਤਾਂ ਉਹਨੂੰ ਆਪਾਂ ਬੋਲਦਾ ਦੈਟ ਇਜ਼ ਇਨਕਲਾਈਨਿੰਗ ਪਾਪੂਲੇਸ਼ਨ ਜਾਂ ਗਰੋਇੰਗ ਪਾਪੂਲੇਸ਼ਨ। ਤੁਸੀਂ ਇਦਾਂ ਸਿੰਪਲ ਲਿਖ ਸਕਦੇ ਹੋ, ਸੋ ਗਰੋਇੰਗ ਪਾਪੂਲੇਸ਼ਨ। ठीक है। आ सैकेंड केस देख लो तुसी, सैकेंड केस दे विच की कंसीडर किया गया है, प्री रिप्रोडक्टिव तो रिप्रोडक्टिव लगभग सेम है, प्री रिप्रोडक्टिव तो रिप्रोडक्टिव एज वाले बिल्कुल सेम है। ताकि पॉपुलेशन स्टेबल रहेगी, इनक्लाइनिंग होएगी या डिक्लाइनिंग होएगी, तो तुसी कहोगे जी स्टेबल पॉपुलेशन। ना इनक्लाइन करेगी ना डिक्लाइन करेगी, जिन्हें रिप्रोडक्टिव वाले ने उन्ने ही प्री रिप्रोडक्टिव वाले ने। ठीक है। इधर देखो थर्ड केस दे विच प्री रिप्रोडक्टिव की गल करिए बहुत घट ने, रिप्रोडक्टिव वाले बहुत ज्यादा ने, है ना। ते अगर प्री रिप्रोडक्टिव वाले घट ने तो यदा मतलब जदों वो रिप्रोड्यूस करनगे तो उन्हां दी संख्या घट होएगी। इत्थे आपां नूं की दिखाई दे रहा है, डिक्लाइनिंग पॉपुलेशन। इत्थे पॉपुलेशन की करेगी, डिक्लाइन करेगी। हुण इत्थों ही आपां इन्हां जो आपां रिप्रेजेंटेशन दे रहे हां, ਇਹਦੇ ਵਿੱਚ ਮੇਲ ਤੇ ਫੀਮੇਲ ਦੋਨੋਂ ਕੰਸੀਡਰ ਕਰ ਲਾਂਗੇ ਆਪਾਂ। ਲੈਫਟ ਸਾਈਡ ਤੇ ਰਾਈਟ ਸਾਈਡ ਮੇਲ ਤੇ ਫੀਮੇਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਉਵੇਂ ਹੀ ਇਹ ਤਾਂ ਨਾ। ਤਾਂ ਮਤਲਬ ਕੀ ਹੈ ਕਹਿਣ ਦਾ, ਜਦੋਂ ਆਪਾਂ ਡਿਸਟ੍ਰੀਬਿਊਸ਼ਨ ਦਿਖਾਣੇ ਹਾਂ ਪਾਰਟਿਕੂਲਰ ਏਜ ਗਰੁੱਪ ਦੀ ਐਸ ਗ੍ਰਾਫਿਕਲ ਫਾਰਮ ਦੇ ਵਿੱਚ, ਤਾਂ ਉਹਨੂੰ ਆਪਾਂ ਕੀ ਨਾਮ ਦੇ ਦਾਂਗੇ, ਦੈਟ ਇਜ਼ ਏਜ ਪਿਰਾਮਿਡਸ। ਤਾਂ ਹੁਣ ਇੱਕ ਪਾਪੂਲੇਸ਼ਨ ਦੀ ਗਰੋਥ, ਇੱਕ ਪਾਪੂਲੇਸ਼ਨ ਦਾ ਡਾਊਨਫਾਲ ਜਾਂ ਉਹਦੀ ਸਟੇਬਿਲਿਟੀ चार फैक्टर पे डिपेंड करती है भी अपनी पॉपुलेशन बढ़ेगी या अपनी पॉपुलेशन घटेगी। ठीक हो गया जी। चलो सो उस तो बाद अपन दिता होया पॉपुलेशन साइज है, पॉपुलेशन डेंसिटी की हुंदी है। तो तुसी कहोगे नंबर ऑफ इंडिविजुअल ऑफ ए स्पीशीज पर यूनिट एरिया और वॉल्यूम। तो पहला ही अपन नु डिस्कस कर लिया, पर यूनिट एरिया या पर यूनिट वॉल्यूम ਦੇ ਵਿੱਚ ਕਿੰਨੇ ਬੰਦੇ ਰਹਿ ਰਹੇ ਹੈ ਨਾ, ਉਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਨੋਨ ਐਸ ਪੋਪੂਲੇਸ਼ਨ ਡੈਂਸਿਟੀ ਜਾਂ ਪੋਪੂਲੇਸ਼ਨ ਸਾਈਜ਼। ਸੋ ਪੋਪੂਲੇਸ਼ਨ ਸਾਈਜ਼ ਆਪਣਾ ਇਵਨ 10 ਤੋਂ ਘੱਟ ਵੀ ਕੰਸੀਡਰ ਕੀਤਾ ਜਾ ਸਕਦਾ ਹੈ। ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ ਆਪਣੇ ਕੋਲ ਸਾਈਬੇਰੀਅਨ ਕ੍ਰੇਨ ਜਿਹੜੇ ਆਂਦੇ ਹੈ ਆਪਣੇ ਭਰਤਪੁਰ ਵੈਟਲੈਂਡ ਦੇ ਵਿੱਚ, ਉਹਨਾਂ ਦੀ ਸੰਖਿਆ 10 ਤੋਂ ਵੀ ਘੱਟ ਹੁੰਦੀ ਹੈ। ਤੇ ਜੇ ਆਪਾਂ ਗੱਲ ਕਰੀਏ ਪੌਂਡ ਦੇ ਵਿੱਚ ਕਲਾਈਮੋਡੋਮੋਨਾਸ ਜਿਹੜੀ ਆਪਣੀ ਐਲਗੀ ਹੈ, ਉਹਦੀ ਸੰਖਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ। सो पॉपुलेशन का साइज छोटा भी हो सकता है, पॉपुलेशन का साइज बड़ा भी हो सकता है। इन्नी गल आपां नूं क्लीयर होगी। चलो लेकिन आह चीज इंपॉर्टेंट है जिहड़ी हुण करन जा रहे हैं आपां सेकंड पॉइंट। पॉपुलेशन साइज इज आल्सो मेजर्ड इन परसेंट कवर और बायोमास। तो बायोमास दे नाल भी आपां पॉपुलेशन दे साइज नूं कंसीडर करके चल सकते हैं। वो किवें, एक एरिया है जिथे अपने 200 पार्थेनियम दे प्लांट्स ने, ठीक है, तो एक ह्यूज बानियन ट्री है अपने को, एक एरिया है, उस एरिया दे विच 200 पार्थेनियम ने,
200 ਪਾਰਥੇਨੀਅਮ ਦੇ ਪਲਾਂਟ ਨੇ ਤੇ ਉੱਥੇ ਹੀ ਹਿਊਜ ਬਨਿਆਨ ਟਰੀ ਹੈ। ਹੁਣ ਆਪਾਂ ਪਾਪੂਲੇਸ਼ਨ ਨੂੰ ਕਿਹਦੇ ਅਕੋਰਡਿੰਗ ਕੰਸੀਡਰ ਕਰਾਂਗੇ ਇੱਥੇ? ਬਾਇਓਮਾਸ। ਠੀਕ ਹੈ, ਆਹ 200 ਪਾਰਥੇਨੀਅਮ ਦੇ ਪਲਾਂਟ ਹੈ, ਇਹ ਜਿਹੜਾ ਬਾਇਓਮਾਸ ਪ੍ਰੋਡਿਊਸ ਕਰਨਗੇ। ਬਾਇਓਮਾਸ ਕੀ ਹੁੰਦਾ? ਲਿਵਿੰਗ ਮੈਟਰ। ਤੁਸੀਂ ਕਹੋਗੇ ਜੀ ਆਰਗੈਨਿਕ ਮੈਟਰ ਜੋ ਆਪਣਾ ਪਲਾਂਟ ਸਿੰਥੇਸਾਈਜ਼ ਕਰੇਗਾ that is considered as biomass, है ना। अगर ਉਹਨੂੰ ਖਾਂਦਾ ਹੈ, ਕੋਈ ਕੈਟਲ ਖਾਂਦੀ ਹੈ ਤਾਂ ਉਹਦੇ ਅੰਦਰ ਕਿੰਨਾ ਬਾਇਓਮਾਸ ਬਣੇਗਾ। ਉਸ ਕੈਟਲ ਨੂੰ ਅਗਰ ਕੋਈ ਕਾਰਨੀਵੋਰ ਖਾਂਦਾ ਹੈ ਉਹਦੇ ਅੰਦਰ ਕਿੰਨਾ ਬਾਇਓਮਾਸ, ਮਤਲਬ ਆਰਗੈਨਿਕ ਮੈਟਰ ਕਿੰਨਾ ਸਿੰਥੇਸਾਈਜ਼ ਹੋ ਰਿਹਾ ਕਿਸੇ ਪਾਰਟਿਕੂਲਰ ਲਿਵਿੰਗ ਆਰਗੈਨਿਜ਼ਮ ਦੇ ਵਿੱਚ। ਠੀਕ ਹੈ, ਸੋ ਹੁਣ ਆਪਾਂ ਕੰਸੀਡਰ ਕੀ ਕਰਨਾ ਹੈ? ਬਾਇਓਮਾਸ ਨੂੰ। ਤਾਂ ਬਨਿਆਨ ਟਰੀ ਦੀ ਗੱਲ ਕਰੀਏ, ਬਨਿਆਨ ਟਰੀ ਦਾ ਬਾਇਓਮਾਸ ਐਜ਼ ਕੰਪੇਅਰ ਟੂ 200 ਪਾਰਥੇਨੀਅਮ ਪਲਾਂਟਸ ਬਹੁਤ ਜ਼ਿਆਦਾ ਹੈ। ਸੋ ਇੱਥੇ ਹੁਣ ਆਪਾਂ ਕੀ ਗੱਲ ਕਰਾਂਗੇ? 200 ਪਾਰਥੇਨੀਅਮ ਨੂੰ ਕੰਸੀਡਰ ਨਹੀਂ ਕਰਕੇ ਚੱਲਾਂਗੇ, ਨਹੀਂ ਤਾਂ ਆਪਣੇ ਬਨਿਆਨ ਟਰੀ ਦੀ ਕੀ ਹੈ? ਬੇਇੱਜ਼ਤੀ ਹੋ ਜਾਏਗੀ, ਹੈ ਨਾ। ਗੁੱਸਾ ਮੰਨ ਜਾਏਗਾ ਬਨਿਆਨ ਟਰੀ ਵੀ, ਭਾਈ ਤੁਸੀਂ ਬਾਇਓਮਾਸ ਤਾਂ ਕੰਸੀਡਰ ਨਹੀਂ ਕਰ ਰਹੇ, ਤੁਸੀਂ ਨੰਬਰ 'ਚ ਦੇਖ ਲਿਆ 200 ਇਕੱਠੇ ਹੋ ਕੇ ਵੀ ਉਹਦੇ ਜਿੰਨਾ ਬਾਇਓਮਾਸ ਨਹੀਂ ਬਣਾ ਰਹੇ, ਹੈ ਨਾ। ਤਾਂ ਇੱਥੇ ਆਪਾਂ ਕੀ ਕੰਸੀਡਰ ਕਰਕੇ ਚੱਲਾਂਗੇ? that is biomass। ਤਾਂ ਇਹਨੂੰ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। so in such cases measuring percent cover of biomass is meaningful to show importance of banyan tree। ठीक है जी, चलो ये भी कंसीडर हो गया। आ लो ਹੁਣ ਅਗਰ ਆਪਾਂ ਗੱਲ ਕਰੀਏ ਵੀ ਭਾਈ ਤੁਸੀਂ ਟੋਟਲ ਪਾਪੂਲੇਸ਼ਨ ਦੇ ਸਾਈਜ਼ ਨੂੰ ਮਾਪਣਾ ਹੈ, ਤਾਂ ਕਈ ਵਾਰੀ ਇਦਾਂ ਦਾ ਕ੍ਰਾਈਟੇਰੀਆ ਬਣ ਜਾਂਦਾ ਵੀ ਆਪਾਂ ਟੋਟਲ ਪਾਪੂਲੇਸ਼ਨ ਦੇ ਸਾਈਜ਼ ਨੂੰ ਨਹੀਂ ਮਾਪ ਸਕਦੇ। ਸੋ ਟੋਟਲ ਨੰਬਰ ਇਜ਼ ਡਿਫਿਕਲਟ ਮੇਜ਼ਰ ਫॉर ਅ ਹਿਊਜ ਪਾਪੂਲੇਸ਼ਨ। ਬਹੁਤ ਜ਼ਿਆਦਾ ਪਾਪੂਲੇਸ਼ਨ ਹੈ ਤਾਂ ਉਹਦੇ ਲਈ ਅਗਰ ਆਪਾਂ ਐਗਜ਼ੈਕਟਲੀ ਕਹੀਏ ਵੀ ਹਾਂ ਇੰਨੀ ਪਾਪੂਲੇਸ਼ਨ ਹੈ, ਤਾਂ ਆਪਣੇ ਬਸ ਦੀ ਗੱਲ ਨਹੀਂ। ਤਾਂ ਫਿਰ ਉੱਥੇ ਆਪਾਂ ਕੀ ਕੰਸੀਡਰ ਕਰਕੇ ਚੱਲਾਂਗੇ? ਰਿਲੇਟਿਵ ਪਾਪੂਲੇਸ਼ਨ ਡੈਂਸਿਟੀ। ਐਬਸੋਲੂਟ ਪੋਟੈਂਸ਼ੀਅਲ ਡੈਂਸਿਟੀ, ਇੱਥੇ ਨਾ ਦੋ ਹੁੰਦੀਆਂ ਆਪਣੇ ਕੋਲ ਪਾਪੂਲੇਸ਼ਨ ਡੈਂਸਿਟੀ। ਇੱਕ ਹੁੰਦੀ ਹੈ ਜੀ ਆਪਣੀ ਐਬਸੋਲੂਟ ਪਾਪੂਲੇਸ਼ਨ ਡੈਂਸਿਟੀ, ਇੱਕ ਹੁੰਦੀ ਹੈ ਰਿਲੇਟਿਵ। ਐਬਸੋਲੂਟ ਦਾ ਮਤਲਬ ਕੀ ਹੈ? ਆਪਣਾ ਐਗਜ਼ੈਕਟ ਕਿੰਨੀ ਪਾਪੂਲੇਸ਼ਨ। ਹੁਣ ਛੋਟੀ ਪਾਪੂਲੇਸ਼ਨ ਹੋਏਗੀ ਤਾਂ ਆਪਾਂ ਦੱਸ ਸਕਦੇ ਹਾਂ, ਹੁਣ ਇੱਕ ਘਰ ਹੈ, ਘਰ ਦੇ ਵਿੱਚ ਆਪਾਂ ਕਹਿੰਦੇ ਜੀ ਕਿੰਨੇ ਬੰਦੇ ਰਹਿ ਰਹੇ ਆ, ਤਾਂ ਆਪਾਂ ਕਾਊਂਟ ਕਰਕੇ ਦੱਸ ਸਕਦੇ ਹਾਂ। ਹੁਣ ਅਗਰ ਆਪਾਂ ਗੱਲ ਕਰੀਏ ਵੀ ਭਾਈ ਇੰਡੀਆ 'ਚ ਦੱਸੋ ਕਿੰਨੇ ਬੰਦੇ ਰਹਿ ਰਹੇ ਆ, ਤਾਂ ਆਪਾਂ ਅਪਰੋਕਸੀਮੇਟਲੀ ਦੇਖਦੇ ਆ ਨਾ ਵੀ ਅਗਰ ਅਬੋਹਰ ਦੇ ਵਿੱਚ ਇੰਨਾ ਏਰੀਆ ਕਿੰਨਾ ਹੈ ਤਾਂ ਇੰਨੇ ਬੰਦੇ ਹੋ ਸਕਦੇ ਹੈ। ਪਟਿਆਲੇ ਦੀ ਗੱਲ ਕਰੀਏ ਇੰਨਾ ਏਰੀਆ ਇੰਨੇ ਬੰਦੇ ਹੋ ਸਕਦੇ ਹੈ, ਤਾਂ ਉਦੋਂ ਫਿਰ ਆਪਾਂ ਕੰਸੀਡਰ ਕਰਕੇ ਚੱਲਦੇ ਹਾਂ ਰਿਲੇਟਿਵ ਪਾਪੂਲੇਸ਼ਨ ਡੈਂਸਿਟੀ। ਇਹ ਕੀ ਮਤਲਬ ਹੈ? ਤਾਂ ਦੇਖੋ ਧਿਆਨ ਦੇ ਨਾਲ। ਸਪੋਜ਼ ਕਰ ਲਓ ਇਹਨਾਂ ਨੇ ਪੌਂਡ ਦੀ ਐਗਜ਼ਾਮਪਲ ਲਿੱਤੀ ਹੈ, ਪਹਿਲਾਂ ਦੇਖ ਲਈਏ। ਹਾਂ, ਪਰ ਟ੍ਰੈਪ ਲੇਕ ਦੀ ਐਗਜ਼ਾਮਪਲ ਲਿੱਤੀ। ਹੁਣ ਸਪੋਜ਼ ਕਰ ਲਓ ਇੱਕ ਲੇਕ ਹੈ, ਲੇਕ ਦੇ ਵਿੱਚ ਤਾਂ ਬਹੁਤ ਸਾਰੀਆਂ ਫਿਸ਼ਿਸ ਹੋਣਗੀਆਂ, ਹੈ ਨਾ। ਲੇਕ ਦੇ ਵਿੱਚ ਬਹੁਤ ਸਾਰੀਆਂ ਫਿਸ਼ਿਸ ਹੋਣਗੀਆਂ। ਆਪਾਂ ਕਹੀਏ ਵੀ ਦੱਸੋ ਵੀ ਐਗਜ਼ੈਕਟਲੀ ਕਿੰਨੀਆਂ ਫਿਸ਼ਿਸ ਹੋਣਗੀਆਂ, ਤਾਂ ਤੁਸੀਂ ਕਹੋਗੇ ਸਰ ਐਗਜ਼ੈਕਟਲੀ ਨਹੀਂ ਪਤਾ ਕਰ ਸਕਦੇ ਅਸੀਂ ਰਿਲੇਟਿਵ ਦੱਸ ਸਕਦੇ ਹਾਂ। ਤੁਸੀਂ ਕੀ ਕਰੋਗੇ? ਇੱਕ ਜਾਲ ਲਿਆਓਗੇ, ਠੀਕ ਹੈ, ਉਹ ਜਾਲ ਨਦੀ ਦੇ ਵਿੱਚ ਸੱਟ ਦੋਗੇ, ਉਸ ਲੇਕ ਦੇ ਵਿੱਚ ਸੱਟ ਦੋਗੇ, ਹੈ ਨਾ। ਆ ਜਾਲ ਹੈ, ਮੰਨ ਕੇ ਚੱਲੋ ਤੁਸੀਂ ਨਾ ਮੈਂ ਕਹਤਾ ਜੀ ਉਹ ਜਿਹੜਾ ਆਪਣੇ ਕੋਲ ਲੇਕ ਹੈ ਨਾ, ਲੇਕ ਤਾਂ ਬਹੁਤ ਵੱਡੀ ਹੈ ਨਾ। ਸਪੋਜ਼ ਕਰ ਲਓ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲ ਰਿਹਾ, ਉਹ ਹੈ 120 ਫੁੱਟ, 120 ਫੀਟ ਦੀ ਆਪਣੇ ਕੋਲ ਲੇਕ ਹੈ। ਸਪੋਜ਼ ਕਰ ਲਓ ਇੱਕ ਜਨਰਲ ਐਗਜ਼ਾਮਪਲ ਦੇ ਤੌਰ ਤੇ ਆਪਾਂ ਕੰਸੀਡਰ ਕਰਾਂਗੇ, ਹੈ ਨਾ। ਤੁਸੀਂ ਕਿਹਾ ਜੀ ਅਸੀਂ ਨਾ 10 ਫੁੱਟ ਤੇ ਜਾਲ ਲਾਤਾ, ਆ 10 ਫੀਟ ਹੈ, ਅਸੀਂ ਜਾਲ ਲਾਤਾ। ਇਸ 10 ਫੀਟ ਦੇ ਜਾਲ ਦੇ ਵਿੱਚ 10 ਫੀਟ ਦਾ ਏਰੀਆ ਹੈ ਜਿਹੜਾ ਜਿੱਥੇ ਤੁਸੀਂ ਜਾਲ ਲਾਇਆ ਹੈ, ਉੱਥੇ ਤੁਹਾਨੂੰ ਨਾ 200 ਮਛਲੀਆਂ ਫਸੀਆਂ ਹੋਈਆਂ ਦਿਖੀਆਂ। ਤੁਸੀਂ ਕਿਹਾ ਜੀ ਅਸੀਂ 10 ਫੀਟ ਤੇ ਜਾਲ ਲਾਇਆ ਹੈ, ਸਾਡੇ ਕੋਲ 200 ਮਛਲੀਆਂ ਆ ਗਈਆਂ, ਠੀਕ ਹੈ। ਹੁਣ ਤੁਸੀਂ ਕੱਢਣਾ ਹੈ 120 ਫੀਟ ਦੇ ਵਿੱਚ ਕਿੰਨੀਆਂ ਮਛਲੀਆਂ ਹੋਣਗੀਆਂ। ਤਾਂ 10 ਤੋਂ 120 ਤੱਕ ਜਾਣ ਲਈ ਆਪਾਂ ਨੂੰ ਕੀ ਕਰਨਾ ਪਏਗਾ? 12 ਨਾਲ ਮਲਟੀਪਲਾਈ,
ठीक है, उवें ही अगर 10 फीट ते 200 है तो 12 ते कितनियां होणगियां मछलियां? 24। लो 24,000 मछलियां। तो देखो आपां ਇਹ ਵੀ ਇੱਕ ਆਪਣੇ ਕੋਲ ਅਪਰੋਕਸੀਮੇਸ਼ਨ ਹੈ, ਥੋੜੀਆਂ ਵੱਧ ਹੋ ਸਕਦੀਆਂ ਥੋੜੀਆਂ ਘੱਟ। ਇਹਨੂੰ ਇੱਕ ਸਿੰਪਲ ਐਗਜ਼ਾਮਪਲ ਨਾਲ ਸਮਝੋ, ਪਹਿਲਾਂ ਇਹ ਸਮਝ ਲਈ ਤੁਸੀਂ। मतलब की है ਐਗਜ਼ੈਕਟਲੀ ਪੋਪੂਲੇਸ਼ਨ ਨੂੰ ਫਾਈਂਡ ਆਊਟ ਨਹੀਂ ਕਰ ਸਕਦੇ ਆਪਾਂ। ਇੱਥੇ ਕੀ ਕਰਾਂਗੇ, ਅਗਰ ਪੋਪੂਲੇਸ਼ਨ ਹਿਊਜ ਹੈ ਤਾਂ ਰਿਲੇਟਿਵ ਪੋਪੂਲੇਸ਼ਨ ਡੈਂਸਿਟੀ ਨੂੰ ਕੰਸੀਡਰ ਕਰਕੇ ਚੱਲਾਂਗੇ ਆਪਾਂ, ਹੈਨਾ। ਤਾਂ ਆਪਾਂ ਕੈਲਕੂਲੇਟ ਕੀਤਾ ਵੀ ਅਗਰ 10 ਫੁੱਟ ਤੇ 200 ਮछलियां आ रही हैं, ਆਪਾਂ ਜਾਲ ਲਾਇਆ, ट्रैप ਕੀਤਾ, ਤਾਂ 120 ਫੁੱਟ ਤੇ ਫਿਰ ਆਪਣੇ ਕੋਲ ਲਗਭਗ ਕਿੰਨਾ ਆ ਜਾਏਗਾ? 24,000। ਤਾਂ ਦੇਖੋ ਇੱਥੇ 24,000 ਕਿਵੇਂ ਆ ਗਿਆ? 200 गुना 12 करांगे तो 2400 आएगा ना। ठीक है, तो 10 फुट ते कितनियां है? 200 मछलियां। ठीक है, तुसी कह दोगे जी ਇਹਦਾ डबल करो, ਇਹਦਾ डबल हो जाएगा 400। तुसी कहो जी ਇਹਦਾ ट्रिपल करो। ठीक है, ਤੁਹਾਡੇ ਬਾਰੇ ਦੱਸ ਰਹੇ ਹਾਂ ਵੀ 24,000 नहीं आएगा, 2400 आएगा, पर गलती नाल फिगर ਉਹ ਲਿਖਤੀ। तुसी कहोगे जी 600। तुसी कहोगे जी तुसी ਇਹਨੂੰ 12 ਨਾਲ ਗੁਣਾ ਕਰੋ ਤਾਂ ਕਿੰਨਾ ਬਣੇਗਾ ਆਪਣੇ ਕੋਲ? 120 ਫੁੱਟ। ਇਹਨੂੰ 12 ਨਾਲ ਗੁਣਾ ਕਰ ਦੋ ਤਾਂ ਆਪਣੇ ਕੋਲ ਕਿੰਨਾ ਬਣੇਗਾ? दैट इज 24। ठीक है, 2400 ਮਛਲੀਆਂ। ਹੁਣ ਦੇਖੋ ਇੱਥੇ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਪਾਂ ਕਹਿੰਦੇ ਹਾਂ ਜੀ ਆਪਣਾ ਐਗਰੀਕਲਚਰਲ ਬੈਕਗ੍ਰਾਉਂਡ ਹੈ, ਠੀਕ ਹੈ, ਜਾਂ ਜੋ ਠੇਕੇਦਾਰ ਹੁੰਦੇ ਆ, ਠੀਕ ਹੈ, ਮੰਨ ਕੇ ਚਲੋ ਸਾਡਾ ਆਪਣਾ ਬਾਗ ਹੈ, ਆਪਾਂ ਕੀ ਹੈ, ਕਿੰਨੂ ਦਾ ਬਾਗ ਲਾਇਆ ਹੋਇਆ। ਹੁਣ ਇੱਕ ਠੇਕੇਦਾਰ ਜਦੋਂ ਆਉਂਦਾ ਹੈ ਬਾਗ ਨੂੰ ਵੇਖਣ, ਤਾਂ ਅਪਰੋਕਸੀਮੇਸ਼ਨ ਲਗਾਉਂਦਾ ਹੈ ਵੀ ਸਾਡਾ ਜਿਹੜਾ ਐਕਚੁਅਲ ਦੇ ਵਿੱਚ ਕਿੰਨਾ ਮਾਲ ਹੋ ਸਕਦਾ ਹੈ ਪੂਰੇ ਦੇ ਪੂਰੇ ਬਾਗ ਦੇ ਵਿੱਚ। ਉਹਨੇ ਅਪਰੋਕਸੀਮੇਸ਼ਨ ਲਾਈ ਬਈ ਹੁਣ ਆਹ ਜਿਹੜਾ ਇੱਕ ਬੂਟਾ ਲੱਗਿਆ ਹੋਇਆ ਹੈ ਇਹਦੇ ਤੇ ਆਪਣੇ 200 ਤੋਂ 300 ਦਾਣੇ ਹੋ ਸਕਦੇ ਹਨ। ਦਾਣੇ ਦਾ मतलब 300 ਪੀਸ ਹੋ ਸਕਦੇ हैं, 300 ਕਿੰਨੂ ਹੋ ਸਕਦੇ। ਸਪੋਜ਼ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਉਹਨੇ ਅਪਰੋਕਸੀਮੇਸ਼ਨ ਲਾ ਲਈ ਵੀ ਇਹਦੇ ਤੇ ਇੰਨੇ ਆਪਣੇ ਕੋਲ ਇੰਨਾ ਕੁਇੰਟਲ ਮਾਲ ਹੋ ਸਕਦਾ ਹੈ ਇਸ ਬੂਟੇ ਦੇ ਉੱਪਰ। ਹੁਣ ਇਹ ਕੱਲਾ ਕੱਲਾ ਤਾਂ ਗਿਣਨ ਖੜਾਉਂਦਾ ਵੀ ਹਾਂ ਵੀ ਭਈ ਇਹਦੇ ਚ ਇੰਨੇ ਦਾਣੇ ਹੈਗੇ ਆ, 1 2 3 4, ਹੈ ਨਾ। ਉਹ ਅਪਰੋਕਸੀਮੇਸ਼ਨ ਲਗਾਉਂਦਾ ਹੈ। ਤਾਂ ਜਦੋਂ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਨਾ, ਤਾਂ ਇੱਕ ਰਿਲੇਟਿਵ ਡੈਂਸਿਟੀ ਆਪਣੀ ਕੈਲਕੂਲੇਟ ਕੀਤੀ ਜਾਂਦੀ ਹੈ। ਐਗਜ਼ੈਕਟਲੀ ਆਪਾਂ ਉਹਨੂੰ ਕੈਲਕੂਲੇਟ ਨਹੀਂ ਕਰ ਸਕਦੇ। ਠੀਕ ਹੈ, ਸੋ ਇਸ ਤਰੀਕੇ ਨਾਲ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਰਿਲੇਟਿਵ ਪੋਪੂਲੇਸ਼ਨ ਡੈਂਸਿਟੀ ਕੀ ਹੁੰਦੀ ਹੈ ਤੇ ਐਬਸੋਲੂਟ ਪੋਪੂਲੇਸ਼ਨ ਡੈਂਸਿਟੀ ਆਪਣੇ ਕੋਲ ਕੀ ਹੁੰਦੀ ਹੈ। ਕਲੀਅਰ ਹੈ? ਦੱਸੋ ਵੀ ਇੱਥੇ ਤੱਕ ਕੋਈ ਡਾਊਟ ਕਿਸੇ ਵੀ ਤਰ੍ਹਾਂ ਦਾ ਹੈ ਤਾਂ ਪੁੱਛੋ। क्लियर है? चलो ਹੁਣ ਅੱਜ ਜਿਹੜੀ ਇੰਪੋਰਟੈਂਟ ਚੀਜ਼ਾਂ ਹੈ ਆਪਣੀਆਂ, ਪੋਪੂਲੇਸ਼ਨ ਗਰੋਥ। ਠੀਕ ਹੈ, ਬਹੁਤ ਇੰਪੋਰਟੈਂਟ ਹੈ। ਸੋ ਇਹਨੇ ਪੋਪੂਲੇਸ਼ਨ ਦੀ ਗਰੋਥ ਜਿਹੜੀ ਆਪਣੇ ਕੋਲ ਪੋਪੂਲੇਸ਼ਨ ਦਾ ਸਾਈਜ਼ ਹੈ ਉਹ ਕਿਹੜੇ ਕਿਹੜੇ ਫੈਕਟਰ ਦੇ ਉੱਪਰ ਡਿਪੈਂਡ ਕਰਦਾ ਹੈ। ਤਾਂ ਤੁਸੀਂ ਕਹੋਗੇ ਜੀ ਪੋਪੂਲੇਸ਼ਨ ਦਾ ਜਿਹੜਾ ਸਾਈਜ਼ ਹੈ, ਫੂਡ ਦੀ ਅਵੇਲੇਬਿਲਿਟੀ ਕੀ ਹੈ, ਪ੍ਰੀਡੇਸ਼ਨ ਪ੍ਰੈਸ਼ਰ ਕੀ ਹੈ ਤੇ ਵੈਦਰ। ਇਹਨਾਂ ਤਿੰਨਾਂ ਇੰਪੋਰਟੈਂਟ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਹੈ ਆਪਣੇ ਪੋਪੂਲੇਸ਼ਨ ਦਾ ਸਾਈਜ਼। ਤਾਂ ਦੇਖੋ ਪੋਪੂਲੇਸ਼ਨ ਦਾ ਸਾਈਜ਼ ਵਧੇਗਾ ਜਾਂ ਪੋਪੂਲੇਸ਼ਨ ਦਾ ਸਾਈਜ਼ ਘਟੇਗਾ, ਇਹ ਕਿਹਦੇ ਤੇ ਡਿਪੈਂਡ ਕਰਦਾ ਹੈ? ਤਿੰਨ ਫੈਕਟਰਸ ਦੇ ਉੱਪਰ। ਪਹਿਲਾ ਤਾਂ ਹੋਏਗਾ ਆਪਣੇ ਕੋਲ ਫੂਡ ਦੀ ਅਵੇਲੇਬਿਲਿਟੀ, ठीक है जी, फूड ਦੀ ਅਵੇਲੇਬਿਲਿਟੀ, predation pressure and weather।
ਤਾਂ ਪਾਪੂਲੇਸ਼ਨ ਦਾ ਸਾਈਜ਼ ਆਪਣੇ ਕੋਲ ਤਿੰਨ ਫੈਕਟਰਸ ਦੇ ਉੱਪਰ ਡਿਪੈਂਡੈਂਟ ਹੋਏਗਾ, ਫੂਡ ਦੀ ਅਵੇਲੇਬਿਲਿਟੀ, ਪ੍ਰੈਡੇਸ਼ਨ ਪ੍ਰੈਸ਼ਰ ਐਂਡ ਵੈਦਰ। ਫੂਡ ਦੀ ਅਵੇਲੇਬਿਲਿਟੀ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ ਜੀ, ਅਗਰ ਫੂਡ ਲਿਮਿਟਿਡ ਹੋਏਗਾ ਤਾਂ ਆਪਾਂ ਨੂੰ ਪਤਾ ਹੈ ਵੀ ਪਾਪੂਲੇਸ਼ਨ ਜ਼ਿਆਦਾ ਲੈਵਲ ਤੇ ਇਨਕਰੀਜ਼ ਨਹੀਂ ਹੋ ਪਾਏਗੀ। ਜਿਵੇਂ ਸਪੋਜ਼ ਕਰ ਲਓ ਇੱਕ ਆਪਣੇ ਕੋਲ ਨਾ ਪੈਟਰੀ ਡਿਸ਼ ਹੈ, ਇਹਦੇ ਵਿੱਚ ਬੈਕਟੀਰੀਆ ਦੀ ਪਾਪੂਲੇਸ਼ਨ ਗਰੋ ਕਰ ਰਹੀ ਹੈ ਨਾ। ਅਗਰ ਤਾਂ ਆਪਾਂ ਉਸ ਪੈਟਰੀ ਡਿਸ਼ ਦੇ ਵਿੱਚ ਨਿਊਟ੍ਰੀਸ਼ਨ ਪ੍ਰੋਪਰ ਪਾਈ ਰੱਖਾਂਗੇ ਹੈ ਨਾ, ਨਿਊਟ੍ਰੀਟਿਵ ਮੀਡੀਅਮ ਪ੍ਰੋਪਰ ਹੋਏਗਾ, ਬੈਕਟੀਰੀਆ ਅਨਲਿਮਿਟਿਡ ਤਰੀਕੇ ਨਾਲ ਗਰੋ ਕਰੇਗਾ। ਲੇਕਿਨ ਸਪੋਜ਼ ਕਰ ਲਓ ਆਪਾਂ ਜਿਹੜਾ ਨਿਊਟ੍ਰੀਟਿਵ ਮੀਡੀਅਮ ਉਹ ਲਿਮਿਟਿਡ ਕਰਤਾ, ਨਿਊਟ੍ਰੀਟਿਵ ਮੀਡੀਅਮ ਲਿਮਿਟਿਡ ਕਰਨ ਤੇ ਆਪਣੇ ਕੋਲ ਕੀ ਹੋਏਗਾ, ਹੁਣ ਬੈਕਟੀਰੀਆ ਉਸ ਫ੍ਰੀਕੁਐਂਸੀ ਦੇ ਨਾਲ ਗਰੋ ਨਹੀਂ ਕਰ ਪਾਏਗਾ। ਹੌਲੀ ਹੌਲੀ ਫੂਡ ਦੀ ਅਵੇਲੇਬਿਲਿਟੀ ਜਦੋਂ ਖਤਮ ਹੋਏਗੀ, ਬੈਕਟੀਰੀਆ ਖਤਮ ਹੋਣਾ ਸ਼ੁਰੂ ਹੋ ਜਾਏਗਾ। ਸੋ ਫੂਡ ਦੀ ਅਵੇਲੇਬਿਲਿਟੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਸੇ ਵੀ ਪਾਪੂਲੇਸ਼ਨ ਦੇ ਸਾਈਜ਼ ਨੂੰ ਵਧਾਉਣ ਜਾਂ ਘਟਾਉਣ ਦੇ ਵਿੱਚ। ਦੱਸੋ ਵੀ ਇਹ ਗੱਲ ਕਲੀਅਰ ਹੋਈ? ठीक है, ਅੱਗੇ ਹੈ ਪ੍ਰੀਡੇਸ਼ਨ ਪ੍ਰੈਸ਼ਰ। ਤੁਸੀਂ ਪ੍ਰੀਡੇਟਰ ਪ੍ਰੇ ਬਾਰੇ ਸੁਣਿਆ ਹੋਣਾ। ਪ੍ਰੀਡੇਟਰ ਹੁੰਦਾ ਹੈ ਸ਼ਿਕਾਰੀ ਤੇ ਪ੍ਰੇ ਹੁੰਦਾ ਆਪਣੇ ਕੋਲ ਸ਼ਿਕਾਰ। ਠੀਕ ਹੈ, ਪ੍ਰੀਡੇਟਰ ਹੁੰਦਾ ਹੈ ਸ਼ਿਕਾਰੀ, ਪ੍ਰੇ ਹੁੰਦਾ ਹੈ ਆਪਣੇ ਕੋਲ ਸ਼ਿਕਾਰ। ਤਾਂ ਦੇਖਿਆ ਜਾਵੇ ਅਗਰ ਪ੍ਰੀਡੇਟਰ ਜ਼ਿਆਦਾ ਹੈ ਜਾਂ ਪ੍ਰੀਡੇਟਰ ਜ਼ਿਆਦਾ ਐਫੀਸ਼ੀਐਂਟ ਹੈਗਾ ਹੈ ਉਸ ਗਿਵਨ ਏਰੀਆ ਦੇ ਵਿੱਚ, ਤਾਂ ਜਿਹੜਾ ਦੂਜਾ ਆਰਗੈਨਿਜ਼ਮ ਹੈ ਜੋ ਇੱਕ ਪ੍ਰੇ ਕਹਿਲਾਂਦਾ ਹੈ ਉਹ ਪਾਪੂਲੇਸ਼ਨ ਆਪਦੀ ਨਹੀਂ ਵਧਾ ਸਕਦਾ ਹੈ ਨਾ। ਪ੍ਰੀਡੇਸ਼ਨ ਪ੍ਰੈਸ਼ਰ, ਅਗਰ ਡਰ ਹੋਏਗਾ ਕਿਸੇ ਨੂੰ ਕਿਸੇ ਦਾ ਖਾਣ ਦਾ ਤਾਂ ਭਾਈ ਉਹ ਗ੍ਰੇਜ਼ਿੰਗ ਵੀ ਘੱਟ ਕਰੇਗਾ, ਸਰਫਿੰਗ ਵੀ ਘੱਟ ਕਰੇਗਾ ਹੈ ਨਾ। ਲੇਕਿਨ ਜਦੋਂ ਡਰ ਕਿਸੇ ਦਾ ਨਹੀਂ ਹੋਏਗਾ ਤਾਂ ਉਹ ਆਪਦੀ ਫੁੱਲ ਪੋਟੈਂਸ਼ੀਅਲ ਨਾਲ ਕੀ ਕਰੇਗਾ, ਘੁੰਮੇਗਾ। ਤੇ ਤੀਜਾ ਹੈ ਵੈਦਰ। ਕਿਸੇ ਵੀ ਆਰਗੈਨਿਜ਼ਮ ਦੇ ਸਰਵਾਈਵਲ ਵਾਸਤੇ, ਪਾਪੂਲੇਸ਼ਨ ਨੂੰ ਵਧਾਉਣ ਵਾਸਤੇ ਵੈਦਰ ਇੱਕ ਇੰਪੋਰਟੈਂਟ ਫੈਕਟਰ ਹੈ। ਠੀਕ ਹੈ, ਤਾਂ ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰਕੇ ਚੱਲਿਓ ਵੀ ਆ ਤਿੰਨ ਚੀਜ਼ਾਂ ਨੇ ਜਿਨ੍ਹਾਂ ਤੇ ਪਾਪੂਲੇਸ਼ਨ ਸਾਈਜ਼ ਆਪਣਾ ਡਿਪੈਂਡ ਕਰਦਾ ਹੈ, ਫੂਡ ਦੀ ਅਵੇਲੇਬਿਲਿਟੀ, ਪ੍ਰੈਡੇਸ਼ਨ ਪ੍ਰੈਸ਼ਰ ਐਂਡ ਵੈਦਰ। So changes in population density give some idea about the population whether it is flourishing or declining. ठीक है, population size change हो रहा है ਤਾਂ ਜਾਂ ਤਾਂ ਵੱਧ ਰਿਹਾ ਹੈ, ਪਾਪੂਲੇਸ਼ਨ ਇਨਕਰੀਜ਼ ਕਰ ਰਹੀ ਹੈ, ਪਾਪੂਲੇਸ਼ਨ ਡਿਕਰੀਜ਼ ਕਰ ਰਹੀ ਹੈ। ਇਹਦੇ ਨਾਲ ਆਪਾਂ ਨੂੰ ਥੋੜਾ ਜਿਹਾ ਆਈਡੀਆ ਹੋ ਜਾਂਦਾ। ਠੀਕ ਹੈ ਜੀ, ਓਕੇ। ਚਲੋ ਚਾਰ ਬੇਸਿਕ ਪ੍ਰੋਸੈਸਸ ਨੇ ਜੋ ਪਾਪੂਲੇਸ਼ਨ ਡੈਂਸਿਟੀ ਦੇ ਵਿੱਚ ਫਲਕਚੁਏਟ ਕਰਦੇ ਹਨ, ਜਾਂ ਆਪਾਂ ਐਟਰੀਬਿਊਟਸ ਕਹਿ ਸਕਦੇ ਹਾਂ। ਤਾਂ ਚਾਰ ਚੀਜ਼ਾਂ ਤੁਸੀਂ ਪਾਪੂਲੇਸ਼ਨ ਗਰੋਥ ਦੇ ਵਿੱਚ ਲੈ ਕੇ ਚੱਲਣੀਆਂ ਹੈ। ਤਾਂ ਚਾਰ ਪ੍ਰੋਸੈਸਸ ਕਿਹੜੇ ਨੇ? ਇੱਕ ਹੁੰਦਾ ਹੈ ਜੀ ਆਪਣਾ ਨੈਟੈਲਿਟੀ, ਇੱਕ ਹੁੰਦਾ ਹੈ ਜੀ ਆਪਣੇ ਕੋਲ ਮੋਰਟੈਲਿਟੀ, ਇੱਕ ਹੁੰਦਾ ਹੈ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਦੇ ਵਿੱਚ ਆਪਣੇ ਕੋਲ ਇੱਕ ਆ ਜਾਏਗਾ ਇਮੀਗ੍ਰੇਸ਼ਨ ਤੇ ਐਮਾਈਗ੍ਰੇਸ਼ਨ। ਸੋ ਇਮੀਗ੍ਰੇਸ਼ਨ ਐਂਡ ਐਮੀਗ੍ਰੇਸ਼ਨ। ਹੁਣ ਦੇਖੋ ਇਹ ਚੀਜ਼ਾਂ ਹੈ ਕਿ ਨੈਟੈਲਿਟੀ ਮਤਲਬ ਬਰਥ ਰੇਟ ਜਾਂ ਬਰਥ, ਮੋਰਟੈਲਿਟੀ ਡੈਥ ਰੇਟ, ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ। ਤਾਂ ਇਹਨਾਂ ਦੀ ਡੈਫੀਨੇਸ਼ਨ ਇੰਪੋਰਟੈਂਟ ਹੈ। ਇਟ ਇਜ਼ ਅ ਨੰਬਰ ਆਫ ਬਰਥ ਇਨ ਅ ਪਾਪੂਲੇਸ਼ਨ ਡਿਊਰਿੰਗ ਅ ਗਿਵਨ ਪੀਰੀਅਡ। ਕਿੰਨੇ ਬੰਦਿਆਂ ਦਾ ਜਨਮ ਹੁੰਦਾ ਹੈ ਇੱਕ ਗਿਵਨ ਪਾਪੂਲੇਸ਼ਨ ਦੇ ਵਿੱਚ ਇੱਕ ਪਾਰਟਿਕੂਲਰ ਪੀਰੀਅਡ ਦੇ ਵਿੱਚ, ਉਹਨੂੰ ਆਪਾਂ ਕਵਾਂਗੇ ਦੈਟ ਇਜ਼ ਨੋਨ ਐਸ ਨੈਟੈਲਿਟੀ। ਨਿਊ ਬੋਰਨ ਸੁਣਿਆ ਹੋਇਆ ਨਾ? ਤਾਂ ਮਤਲਬ ਇੱਕ ਪਾਪੂਲੇਸ਼ਨ ਦੇ ਵਿੱਚ ਗਿਵਨ ਪੀਰੀਅਡ ਆਫ ਟਾਈਮ ਦੇ ਵਿੱਚ ਕਿੰਨੇ ਬੰਦਿਆਂ ਨੇ ਜਨਮ ਲਿੱਤਾ, that is natality. Mortality, that is death. It is the number of death in a population during a given period. है ना, किसी भी एक given period ਦੀ ਗੱਲ ਕਰੀਏ ਪਾਪੂਲੇਸ਼ਨ ਦੇ ਵਿੱਚ ਕਿੰਨੇ ਬੰਦੇ ਖਤਮ ਹੋਏ, ਉਹਨੂੰ ਆਪਾਂ ਕੀ ਕੰਸੀਡਰ ਕਰਾਂਗੇ, that is known as death. ਕਲੀਅਰ ਹੈ? ਉਸ ਤੋਂ ਬਾਅਦ ਆਂਦਾ ਜੀ ਆਪਣੇ ਕੋਲ ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ। ਤਾਂ ਨੈਟੈਲਿਟੀ
individuals added, individuals removed from a population, immigration। ਹੁਣ ਇਹਨੂੰ ਸਮਝੋ, suppose कर लो आह एक एरिया है ना, मैं कहता जी आह अबोहर है, आह चंडीगढ़ है, अबोहर चंडीगढ़। अबोहर ਦੇ ਵਿੱਚ ਬੰਦੇ ਰਹਿ ਰਹੇ ਸੀ 2000, ठीक है 2000 की 2 ਲੱਖ ਲੈ ਕੇ ਚੱਲਦੇ ਆ। ਅਬੋਹਰ ਦੇ ਵਿੱਚ ਬੰਦੇ ਕਿੰਨੇ ਰਹਿ ਰਹੇ ਸੀ 2 ਲੱਖ, ਚੰਡੀਗੜ੍ਹ ਦੇ ਵਿੱਚ ਬੰਦੇ ਰਹਿ ਰਹੇ ਆ 20 ਲੱਖ। ठीक है, ਚੰਡੀਗੜ੍ਹ ਦੇ ਵਿੱਚ ਬੰਦੇ ਰਹਿ ਰਹੇ 20 ਲੱਖ। ਆਪਾਂ ਕਿਹਾ ਜੀ ਅਬੋਹਰ ਤੋਂ ਨਾ 100 ਬੰਦੇ चले गए चंडीगढ़, सो मैं कहता जी अबोहर तो 100 बंदे चले गए चंडीगढ़, है ना, अबोहर तो निकले है, इनू आपां की बोलांगे एमिग्रेशन। किसी भी पॉपुलेशन दे विचों जदों परसन एग्जिट हो जाते हैं, सो ई दा मतलब की है इत्थे एग्जिट, है ना, उन्होंने आपां की बोलांगे दैट इज एमिग्रेशन। हुण इस चंडीगढ़ दे विच 100 बंदे एंटर कीते हैं तो आपां कह सकते हैं इमिग्रेशन इन होए है, ठीक है। तो जदों किसी भी पॉपुलेशन दे विचों परसन निकल गए दैट इज एमिग्रेशन, एग्जिट हो गए। किसी भी पॉपुलेशन दे विच बंदे एंटर कीते हैं दैट इज इमिग्रेशन, इन हो गए, ठीक है। तो हमेशा इत्थे कंसीडर करके चलो तुसी, बंदे निकले पॉपुलेशन दा साइज वधेगा या घटेगा, तुसी कहोगे जी घटेगा। 100 बंदे निकल गए, 2 लाख दे विचों 100 निकले, किन्ने रह गए, तुसी कहोगे सर की मैथ करवाना शुरू करता, 100 कट दो, ठीक है। 1,09,000 है ना, इतना ही आएगा। 0 0 0 0 10 चो 1 गए 9, ठीक है जी। इधर कितना आ गया अपने को 9, सॉरी गलती होगी 9 1, ताही मैं सोचा भी इन्ना कट के मैं 1,99,900 इन्ने हो गए। इत्थे 100 बंदे वध गए, 2 ਲੱਖ 20 ਲੱਖ 100 हो गया। तो मतलब जदों किसी पॉपुलेशन दे विचों परसन जाणगे एमिग्रेशन, जदों किसी पॉपुलेशन दे विच एंटर करनगे इमिग्रेशन। सो इन्हां चारां दा जिहड़ा बदलाव हुंदा है वो आपां नूं रिफ्लेक्ट हुंदा है पॉपुलेशन दे विच। तां मैं इत्थे एक चीज लिखण जा रहा हां, पॉपुलेशन डेंसिटी लिखती मैं सेंटर दे विच। इस पॉपुलेशन दा साइज कदों वधेगा, तुसीं कहोगे जी इधर मैं लिखता मोर्टैलिटी, इधर मैं लिख देना नैटेलिटी, ठीक है। इधर मैं लिख देना है एमिग्रेशन, इधर मैं लिख देना इमिग्रेशन। सो हुण पॉपुलेशन दा साइज कदों वधेगा, नैटेलिटी नाल वधेगा। नवे बंदे ऐड होणगे पॉपुलेशन दे साइज नूं वधाणगे, मैं प्लस लिखता। बंदे खत्म होणगे, मैं की लिखता नेगेटिव, मतलब पॉपुलेशन डिक्लाइन होएगी। अगर किसी पॉपुलेशन दे विचों बंदे निकले है, एग्जिट हुए है, एमिग्रेशन, तो पॉपुलेशन का साइज घटेगा।
ਅਗਰ ਕਿਸੇ ਪਾਪੂਲੇਸ਼ਨ ਦੇ ਵਿੱਚ ਬੰਦੇ ਐਡ ਹੋਏ ਹੈ ਤਾਂ ਪਾਪੂਲੇਸ਼ਨ ਦਾ ਸਾਈਜ਼ ਵਧੇਗਾ। ਤਾਂ ਪਲੱਸ ਰਿਫਲੈਕਟ ਕਰ ਰਿਹਾ ਹੈ ਪਾਪੂਲੇਸ਼ਨ ਦਾ ਸਾਈਜ਼ ਵਧਾਉਣ ਵਾਸਤੇ, ਤੇ ਜਿਹੜਾ ਮਾਈਨਸ ਹੈ ਉਹ ਰਿਫਲੈਕਟ ਕਰ ਰਿਹਾ ਆਪਣਾ ਪਾਪੂਲੇਸ਼ਨ ਦਾ ਸਾਈਜ਼ ਘਟਾਉਣ ਵਾਸਤੇ। ਆ ਦੇਖੋ ਹੁਣ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਦਾ। ਸੁਪੋਜ਼ ਕਰ ਲਓ ਮੈਂ ਕਹਤਾ ਜੀ ਸਾਲ 2024 ਦੇ ਵਿੱਚ 200 ਬੰਦਿਆਂ ਦੀ ਇੱਕ ਪਾਪੂਲੇਸ਼ਨ ਸੀਗੀ ਗਿਵਨ ਏਰੀਆ ਦੇ ਵਿੱਚ, ਹੈ ਨਾ, 200 ਬੰਦਿਆਂ ਦੀ ਪਾਪੂਲੇਸ਼ਨ, ਯਾਨੀ n ਕਿੰਨਾ ਹੈ 200। 2025 ਦੇ ਵਿੱਚ ਕੀ ਹੋਇਆ, ਧਿਆਨ ਨਾਲ ਸੁਣਿਓ ਹੁਣ ਕੀ ਕਹੀ ਜਾ ਰਹੇ ਆ ਆਪਾਂ। 30 ਬੰਦੇ 30 ਬਰਥ ਹੋਏ, 15 ਡੈਥ ਹੋਈਆਂ, ਠੀਕ ਹੈ ਜੀ। 10 ਬੰਦੇ ਉਸ ਪਾਪੂਲੇਸ਼ਨ ਦੇ ਵਿੱਚੋਂ ਨਿਕਲ ਗਏ ਐਮੀਗ੍ਰੇਸ਼ਨ, ਤੇ 7 ਬੰਦੇ ਉਸ ਪਾਪੂਲੇਸ਼ਨ ਦੇ ਵਿੱਚ ਆ ਗਏ ਦੈਟ ਇਜ਼ ਇਮੀਗ੍ਰੇਸ਼ਨ। ਤਾਂ ਦੱਸੋ ਭਾਈ 2025 ਦੇ ਵਿੱਚ ਪਾਪੂਲੇਸ਼ਨ ਦਾ ਸਾਈਜ਼ ਕੀ ਰਿਹਾ ਹੋਏਗਾ। ਤੁਸੀਂ ਕਹੋਗੇ ਅਸੀਂ 200 ਦੇ ਵਿੱਚ ਹੀ ਐਡ ਜਾਂ ਮਾਈਨਸ ਕਰਾਂਗੇ। ਉਹ ਕਿਉਂ ਕਰਾਂਗੇ, ਕਿਉਂਕਿ ਆਪਾਂ ਇਹਨਾਂ ਦੇ ਨਾਲ ਕੈਲਕੂਲੇਟ ਕਰਨਾ ਹੈ ਵੀ ਆਪਣੀ ਟੋਟਲ ਪਾਪੂਲੇਸ਼ਨ ਕਿੰਨੀ ਹੋਏਗੀ। ਤਾਂ ਤੁਸੀਂ ਕਹੋਗੇ 30 ਬੰਦਿਆਂ ਨੇ ਜਨਮ ਲਿਆ, 15 ਬੰਦੇ ਖਤਮ ਹੋ ਗਏ, 10 ਬੰਦੇ ਉਸ ਪਾਪੂਲੇਸ਼ਨ ਦੇ ਵਿੱਚੋਂ ਐਗਜ਼ਿਟ ਹੋਏ ਹੈ ਤਾਂ ਐਗਜ਼ਿਟ ਲਈ ਮਾਈਨਸ ਦੈਟ ਇਜ਼ -10। 7 ਬੰਦੇ ਆਏ ਹੈ ਤਾਂ ਆਪਾਂ ਪਲੱਸ ਲਿਖਤਾ। ਹੁਣ ਦੇਖੋ ਆ ਵੀ ਪਲੱਸ ਹੈ ਆ ਵੀ ਪਲੱਸ ਹੈ, ਤਾਂ ਪਲੱਸ 30 + 7 ਮਾਈਨਸ ਆ ਵੀ ਮਾਈਨਸ ਆ ਵੀ ਮਾਈਨਸ, ਹੈ ਨਾ, ਆਪਾਂ ਮਾਈਨਸ ਕਾਮਨ ਕੱਢ ਲਿਆ, ਮਤਲਬ ਇਹ ਦੋਨੋਂ ਪਲੱਸ ਹੋਣਗੇ। 15 + 10 30 + 7 37, ਤੇ 15 ਤੇ 10 ਕਿੰਨੇ ਹੋ ਗਏ 25। 37 ਦੇ ਵਿੱਚੋਂ 25 ਕੱਢਾਂਗੇ ਕਿੰਨੇ ਹੋ ਗਏ 12, ਯਾਨੀ 12 ਬੰਦੇ ਫਿਰ ਵੀ ਆਪਣੇ ਕੋਲ ਐਡ ਹੋਏ ਉਸ ਗਿਵਨ ਪਾਪੂਲੇਸ਼ਨ ਦੇ ਵਿੱਚ। ਤਾਂ ਤੁਸੀਂ ਕੀ ਕਰੋਗੇ 200 + 12 ਕਰ ਦੋਗੇ, ਤੁਸੀਂ ਕਹੋਗੇ ਜੀ ਸਾਡੀ ਪਾਪੂਲੇਸ਼ਨ ਦਾ ਸਾਈਜ਼ ਕੀ ਹੈ ਇਨਕਰੀਜ਼ ਹੋ ਗਿਆ, ਪਾਪੂਲੇਸ਼ਨ ਗਰੋ ਕੀਤੀ ਹੈ। ਕਲੀਅਰ ਹੋਇਆ। ਸੋ ਐਸੇ ਚੀਜ਼ ਨੂੰ ਆਪਾਂ ਫਾਰਮੂਲੇ ਦੀ ਫਾਰਮ ਦੇ ਵਿੱਚ ਲਿਖਾਂਗੇ। ਤਾਂ ਲਿਖੋ ਫਾਰਮੂਲੇ ਦੀ ਫਾਰਮ ਦੇ ਵਿੱਚ, ਲਓ ਮੈਂ ਲਿਖਤਾ ਜੀ n at t + 1 population density at time t + 1 is equals to population density at time t। ਕੁਛ ਵੀ ਰੱਟਾ ਨਹੀਂ ਮਾਰਨਾ, ਸਿੰਪਲ ਆਪਾਂ ਲੌਜੀਕ ਲਗਾ ਕੇ ਸਮਝ ਰਹੇ ਹਾਂ। ਪਲੱਸ ਹੁਣ ਇਹਦੇ ਵਿੱਚ ਕੁਛ ਨਾ ਕੁਛ ਐਡ ਜਾਂ ਮਾਈਨਸ ਹੋਏਗਾ, ਆਪਾਂ ਲਿਖਤਾ ਪਲੱਸ। ਤੁਸੀਂ ਦੋ ਚੀਜ਼ਾਂ ਤੇ ਲਿਖਿਆ ਸੀਗਾ ਵੀ ਆਪਣੀ ਪਾਪੂਲੇਸ਼ਨ ਦੀ ਗਰੋਥ ਹੋਏਗੀ, ਕਿਹੜੀ ਕਿਹੜੀ? ਇੱਕ ਤੁਸੀਂ ਲਿਖਿਆ ਸੀਗਾ ਨੈਟੈਲਿਟੀ, ਇੱਕ ਤੁਸੀਂ ਲਿਖਿਆ ਸੀ ਇਮੀਗ੍ਰੇਸ਼ਨ। ਸੋ n + i ਮਾਈਨਸ ਨੈਟੈਲਿਟੀ ਐਡੀਸ਼ਨ, ਮੋਰਟੈਲਿਟੀ ਡਿਲੀਸ਼ਨ, ਤਾਂ ਮੋਰਟੈਲਿਟੀ ਪਲੱਸ ਐਮੀਗ੍ਰੇਸ਼ਨ। ਠੀਕ ਹੈ ਜੀ। ਹੁਣ ਆਹ nt + 1 ਇੱਥੇ ਤੁਸੀਂ nt ਕੰਸੀਡਰ ਕੀਤਾ ਹੈ, ਆਪਾਂ ਲਿਖਿਆ ਸੀ 2024 ਦੇ ਵਿੱਚ। ਉਸ ਤੋਂ ਬਾਅਦ 2025 nt + 1, ਤਾਂ ਆਪਾਂ 2024 + 1 ਕਰਤਾ 2025। ਤਾਂ ਆਹ ਫਾਰਮੂਲਾ ਯਾਦ ਰੱਖਿਓ ਭਾਈ, ਕਦੇ ਨਾ ਭੁੱਲਿਓ, ਬਹੁਤ ਇੰਪੋਰਟੈਂਟ ਹੈ। nt + 1 = nt ਪਲੱਸ, ਇਹਨਾਂ ਨੂੰ ਇਕੱਠਾ ਐਡ ਕਰਾਂਗੇ, ਇਹਨਾਂ ਨੂੰ ਆਪਾਂ ਇਕੱਠਾ ਐਡ ਕਰਾਂਗੇ, ਫਿਰ ਉਹਦੇ ਵਿੱਚੋਂ ਆਪਾਂ ਸਬਸਟ੍ਰੈਕਟ ਕਰ ਦਾਂਗੇ। ਠੀਕ ਹੈ, ਆਹ ਇੰਪੋਰਟੈਂਟ ਹੈ ਭਾਈ, ਯਾਦ ਰੱਖਿਓ। ਕੋਈ ਡਾਊਟ ਹੈ ਤਾਂ ਪੁੱਛੋ ਇੱਥੇ ਤੱਕ। ਮੈਂ ਪਾਣੀ ਪੀ ਲਾਂ ਫਿਰ ਆਪਾਂ ਅੱਗੇ ਚੱਲਦੇ ਹਾਂ। ਬੋਲੋ ਇੱਥੇ ਤੱਕ ਕੋਈ ਡਾਊਟ ਹੈ ਤਾਂ।
ठीक है, सो ये फॉर्मूला समझ आ गया। चलो, सो आलो जी, नटेलिटी, मोर्टेलिटी, इमिग्रेशन एंड एमिग्रेशन। पॉपुलेशन डेंसिटी इंक्रीज करेगी अगर बी प्लस आई पॉजिटिव है इज मोर देन डी प्लस डी, डी प्लस ई। तो पॉपुलेशन का साइज हमेशा ही ਵਧੇਗਾ अगर बी प्लस आई अपने को ज्यादा है। तो आ देख लो पिछे आप एग्जाम्पल ही ताही कंसीडर की है, बी प्लस आई कंसीडर करो, 30 प्लस 7 कितना है 37, डेथ कितनी है तो एमिग्रेशन 15 प्लस 10 25, सो 37 वड्डा है 25 तो ਇਹਦਾ मतलब पॉपुलेशन हमेशा ग्रो ही करेगी, है ना। आह छोटे छोटे जो फैक्टर है ना, इनू ध्यान दे विच रख के चलियो, बहुत 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 इंपॉर्टेंट। So under normal condition, birth and death are important factor influencing population density. नॉर्मल कंडीशन ਦੇ ਵਿੱਚ ਗੱਲ ਕਰਾਂਗੇ ਤਾਂ ਆਪਣੇ ਬਰਥ ਤੇ ਡੈਥ ਹੀ ਕੰਸੀਡਰ ਕਰਾਂਗੇ ਆਪਾਂ, ਕਿਸੇ ਵੀ ਅਗਰ ਨਾਰਮਲ ਪੋਪੂਲੇਸ਼ਨ ਨੂੰ ਇਨਫਲੂਐਂਸ ਕਰ ਰਹੇ ਆ। ਲੇਕਿਨ ਨਾ ਇੱਥੇ ਇੱਕ ਇੰਪੋਰਟੈਂਟ ਚੀਜ਼ ਆਂਦੀ ਹੈ, ਮੰਨ ਕੇ ਚੱਲੋ ਕਿਤੇ ਨਵਾਂ ਏਰੀਆ ਡਿਵੈਲਪ ਹੋਇਆ ਹੈ ਨਾਰਮਲ ਕੰਡੀਸ਼ਨ ਦੇ ਵਿੱਚ ਬਰਥ ਤੇ ਡੈਥ, ਲੇਕਿਨ ਸਪੈਸ਼ਲ ਕੰਡੀਸ਼ਨ ਦੀ ਗੱਲ ਕਰਾਂਗੇ ਆਪਾਂ, स्पेशल कंडीशन का मतलब कितने नवा एरिया डेवलप होया। आ सपोज कर लो आह नवी कॉलोनी कटीची है, ਆਪਾਂ ਕਹਿੰਦੇ ਨਾ ਵੀ ਆਪਣੇ ਸ਼ਹਿਰ ਦੇ ਬਾਹਰ ਕਲੋਨੀਆਂ ਕਟਿੰਦੀਆਂ ਹੈ ਤਾਂ ਹੌਲੀ ਹੌਲੀ ਉੱਥੇ ਜਿਹੜੇ ਹੈ ਬੰਦੇ ਰਹਿਣੇ ਸਟਾਰਟ ਕਰਦੇ, ਘਰ ਬਣਨੇ ਸਟਾਰਟ ਹੁੰਦੇ ਹੈ। ਤਾਂ ਹੁਣ ਆਪਾਂ ਜਦੋਂ ਸਪੈਸ਼ਲ ਕੰਡੀਸ਼ਨ ਦੀ ਗੱਲ ਕਰਾਂਗੇ, ਕੋਈ ਏਰੀਆ ਨਵਾਂ ਡਿਵੈਲਪ ਹੋਇਆ ਹੈ, ਉੱਥੇ ਆਪਾਂ ਬਰਥ ਤੇ ਡੈਥ ਨੂੰ ਕੰਸੀਡਰ ਨਹੀਂ ਕਰਾਂਗੇ, ਉੱਥੇ ਆਪਾਂ ਮੇਨ ਕਿਹਨੂੰ ਕੰਸੀਡਰ ਕਰਾਂਗੇ, ਇਮੀਗ੍ਰੇਸ਼ਨ ਨੂੰ। ਕਿਸੇ ਵੀ ਏਰੀਆ ਦੇ ਵਿੱਚ ਪੋਪੂਲੇਸ਼ਨ ਆ ਰਹੀ ਹੈ ਕਿਸੇ ਦੂਸਰੇ ਪਾਸਿਓਂ, ਤਾਂ ਫਿਰ ਉੱਥੇ ਡਿਪੈਂਡ ਹੋਏਗਾ ਆਪਣੀ ਪੋਪੂਲੇਸ਼ਨ ਵਧੇਗੀ ਜਾਂ ਘਟੇਗੀ, ਡਿਪੈਂਡ ਕਰਦਾ ਹੈ ਆਪਣਾ ਇਮੀਗ੍ਰੇਸ਼ਨ ਦੇ ਉੱਪਰ। ਤਾਂ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ, immigration and emigration have importance only under special condition। नॉर्मल कंडीशन ਦੇ ਵਿੱਚ ਸਿਰਫ ਬਰਥ ਤੇ ਡੈਥ ਹੀ ਆਪਣੇ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹੈ। ਇਮੀਗ੍ਰੇਸ਼ਨ ਐਮੀਗ੍ਰੇਸ਼ਨ ਨੂੰ ਆਪਾਂ ਜ਼ਿਆਦਾ ਤਵੱਜੋ ਨਹੀਂ ਦਿੰਦੇ। ਲੇਕਿਨ ਜਦੋਂ ਗੱਲ ਕਰ ਰਹੇ ਆਪਾਂ ਸਪੈਸ਼ਲ ਕੰਡੀਸ਼ਨ ਦੀ, ਉਦੋਂ ਫਿਰ ਇਹਨਾਂ ਦਾ ਰੋਲ ਆਏਗਾ ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ ਦਾ। ਲਾਈਕ example for a colonizing new habitat, immigration may be more significant to population growth than birth rate। ਵੀ ਆਪਾਂ ਕਿਹਾ ਇੱਥੇ ਪਹਿਲਾਂ ਕੋਈ ਇੱਕ ਘਰ ਆਇਆ ਹੈ ਹਨਾ, 4 ਮੈਂਬਰ ਨੇ, 2 ਬੱਚੇ ਨੇ, 2 ਆਪ ਨੇ, ਤਾਂ ਹੁਣ ਇੱਥੇ ਕਿੰਨੀ ਕੁ ਪੋਪੂਲੇਸ਼ਨ ਵਧਾ ਲੈਣਗੇ ਉਹ। ਤਾਂ ਫਿਰ ਇਸ ਗਿਵਨ ਏਰੀਆ ਦੇ ਵਿੱਚ ਪੋਪੂਲੇਸ਼ਨ ਦਾ ਇਨਕਲੀਨੇਸ਼ਨ ਜਾਂ ਪੋਪੂਲੇਸ਼ਨ ਦੀ ਗਰੋਥ ਕਿਹਦੇ ਤੇ ਡਿਪੈਂਡ ਕਰੇਗੀ, ਇਮੀਗ੍ਰੇਸ਼ਨ। ਮੈਂ ਕਹਤਾ ਜੀ ਇੱਥੇ 20 ਘਰ ਹੋਰ ਆ ਗਏ, ਤਾਂ ਆਬਵੀਅਸ ਹੀ ਗੱਲ ਹੈ, ਪਹਿਲਾਂ ਇੱਕ ਘਰ ਸੀ 4 ਬੰਦੇ ਸੀ, 20 ਘਰ ਹੋਰ ਆ ਗਏ, ਹਰ ਘਰ ਦੇ ਵਿੱਚ 4-4 ਮੈਂਬਰ ਹੈ, 20 ਚੋਂ 81 ਤੇ 4 84 ਹੋ ਗਏ, ਪੋਪੂਲੇਸ਼ਨ ਦਾ ਸਾਈਜ਼ ਵੱਧ ਗਿਆ। ਤਾਂ ਸਿੰਪਲ ਜਿਹਾ ਮਤਲਬ ਕੰਸੀਡਰ ਕਰਕੇ ਚੱਲਾਂਗੇ ਆਪਾਂ ਇੱਥੇ, ਸਪੈਸ਼ਲ ਕੰਡੀਸ਼ਨ ਦੇ ਵਿੱਚ ਬਰਥ ਰੇਟ ਕੋਈ ਮਾਇਨੇ ਨਹੀਂ ਰੱਖਦਾ। ਕੋਈ ਵੀ ਨਵਾਂ ਏਰੀਆ ਕੋਲੋਨਾਈਜ਼ ਹੋਇਆ ਹੈ, ਨਵਾਂ ਹੈਬਿਟੈਟ ਆਪਣੇ ਕੋਲ ਇਜਾਦ ਹੋਇਆ ਹੈ, ਤਾਂ ਉੱਥੇ ਫਿਰ ਰੋਲ ਕੌਣ ਪਲੇ ਕਰੇਗਾ, ਆਪਣਾ ਇਮੀਗ੍ਰੇਸ਼ਨ। ਲਓ ਵੀ ਹੁਣ ਦੱਸੋ ਗੱਲ ਇੱਥੇ ਤੱਕ ਕ੍ਰਿਸਟਲ ਕਲੀਅਰ ਹੈ? ਓਕੇ ਰਿਪੋर्ट है। चलो, तो इस तो बाद आते हैं जी अपने को ग्रोथ मॉडल, बहुत इंपॉर्टेंट है ना। कल के लैक्चर दे विच शुरू करांगे आपां ग्रोथ मॉडल्स। तो 2 तरह के ग्रोथ मॉडल पढ़ांगे आपां, एक्सपोनेंशियल ग्रोथ मॉडल ते ठीक है, यह रियलिस्टिक है
किवें है कल पढ़ांगे, यह अनरियलिस्टिक है। ठीक है जी, बोलो भी हो जाएगा इत्थे तक। कोई डाउट किसी भी तरह का है तो तुसीं पूछ सकते हो, है ना। अगर तुसीं ये जिहड़ा लैक्चर है, लैक्चर की पीडीएफ लेना चाहते हो, जो हैंड रिटन मैं चीज़ां मैंशन करता हाँ, तो तुसीं मेरे टैलीग्राम चैनल में ज्वाइन कर सकते हो। ठीक है, तो वह टैलीग्राम चैनल की है अपना बई, नोट्स तुहानू अकैडमी वाले जिवें साडी गल करिए असीं प्रोवाइड कर रहे हैं, जो पूरे दे पूरे तुहानू पीडीएफ फाइल मिल रही है। लेकिन अगर तुसीं हैंड रिटन भी लेना चाहते हो तो तुसीं तकरीबन चैनल में सबसक्राइब कर सकते हो, ज्वाइन कर सकते हो। बायोलॉजी बाय निवेश सर अबोहर, डीएनए की फोटो लगी हुई है, तुसीं उत्थों देख सकते हो। सो अज लई फिर आपां इन्ना ही रखते हाँ, मिलते हैं कल के सैशन दे विच विद द ग्रोथ मॉडल्स, है ना। ग्रोथ मॉडल के नाल नाल आपां शुरू करांगे इंटरैक्शन। कोई डाउट है तो पूछ सकते हो इत्थे तक। क्लियर है भी सब। चलो सो मिलते हैं जी फिर कल के सैशन दे विच। थैंक यू सो मच एंड ऑल द बेस्ट।